ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਜੁਗੋ ਜੁਗ ਅਟਲ, ਦੀਨ ਦੁਨੀਆ ਦੇ ਮਾਲਕ, ਗੁਰਗੱਦੀ ਉੱਪਰ ਸੁਭਾਏਮਾਨ, ਤਖਤ ਚਵਰ ਛਤਰ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਕੇ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ, ਧੰਨਤਾ ਦੇ ਯੋਗ ਹੋ, ਵੱਡਿਆਂ ਭਾਗਾਂ ਵਾਲਿਆਂ ਨੂੰ, ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਆਪ ਸੰਗਤ ਨੇ ਸਰਵਣ ਕੀਤਾ ਹੈ। ਸਤਿਗੁਰੂ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੋਈ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਸਾਨੂੰ ਕਲਯੁਗੀ ਜੀਵਨ ਨੂੰ ਉਤਾਰਨ ਵਾਸਤੇ, ਸਾਡੇ ਭਲੇ ਵਾਸਤੇ ਹਰ ਰੋਜ਼ ਦੀ ਮਰਿਆਦਾ ਦੇ ਅਨੁਸਾਰ ਪਾਵਨ ਪਵਿੱਤਰ ਮੁਖਵਾਕ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਸੋ ਸਤਿਗੁਰੂ ਜੀ ਦੇ ਪਾਵਨ ਮੁਖਵਾਕ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਸਰਬੱਤ ਸੰਗਤ ਸਾਡੀ ਅਤੇ ਆਪਣੀ ਹਾਜ਼ਰੀ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਲਵਾਓ। ਗੱਜ ਕੇ ਕਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਵਾਲੇ ਹਾਂ, ਵਡਭਾਗੀ ਹਰ ਸੰਗਤ ਪਾਵੈ, ਭਾਲ ਹੀ ਪਰਮ ਜੋਟਾਂ ਭਾਗ। ਸਤਿਗੁਰੂ ਜੀ ਦਾ ਪਾਵਨ ਗੁਰਬਾਣੀ ਹੈ। ਜੋ ਵੱਡਿਆਂ ਭਾਗਾਂ ਵਾਲੇ ਜੀਵ ਹਨ, ਉਹਨਾਂ ਨੂੰ ਹੀ ਇਹ ਸੰਗਤ ਦੀਆਂ ਘੜੀਆਂ ਮਿਲਦੀਆਂ। ਅੱਜ ਦਾ ਜੋ ਪਾਵਨ ਪਵਿੱਤਰ ਮੁਖਵਾਕ ਆਪ ਸੰਗਤ ਨੇ ਸਰਵਣ ਕੀਤਾ ਹੈ, ਇਹ ਸੋਰਠ ਕੀ ਵਾਰ ਜੋ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਰਚਨਾ ਹੈ, ਉਸ ਦੇ ਵਿੱਚੋਂ ਇਹ ਸ਼ਬਦ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਜੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 647 ਦੇ ਉੱਪਰ ਸੁਭਾਏਮਾਨ ਹੈ। ਭਾਵੇਂ ਕਿ ਇਹ ਵਾਰ ਗੁਰੂ ਰਾਮਦਾਸ ਜੀ ਦੀ ਹੈ, ਪਰ ਇਸ ਵਾਰ ਦੇ ਜੋ ਪੌੜੀਆਂ ਹਨ, ਉਸ ਦੇ ਨਾਲ ਜੋ ਸ਼ਲੋਕ ਹਨ, ਉਹ ਵੱਖ-ਵੱਖ ਗੁਰੂ ਸਾਹਿਬਾਨ ਜੀ ਦੇ ਦਰਜ ਹਨ। ਜੋ ਵਾਰਾਂ ਦਾ ਮੂਲ ਰੂਪ ਹੈ, ਉਹ ਪੌੜੀਆਂ ਵਾਲਾ ਹੈ। ਪੌੜੀਆਂ ਦੇ ਵਿੱਚ ਵਾਰ ਨੂੰ ਗਾਇਨ ਕੀਤਾ ਜਾਂਦਾ ਹੈ। ਢਾਡੀ ਜਿਹੜੇ ਹਨ, ਉਹ ਪੌੜੀਆਂ ਗਾਉਂਦੇ ਹਨ। ਪਰ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਤਿਗੁਰੂ ਜੀ ਨੇ ਅਧਿਆਤਮਿਕ ਵਾਰਾਂ ਦਰਜ ਕੀਤੀਆਂ ਹਨ, ਇਹਨਾਂ ਦੀ ਇਹ ਵਿਸ਼ੇਸ਼ਤਾ ਹੈ ਤੰਤਰ ਦੇ ਪੱਖੋਂ ਕਿ ਪੌੜੀਆਂ ਦੇ ਨਾਲ ਵੱਖ-ਵੱਖ ਗੁਰੂ ਸਾਹਿਬ ਜੀ ਦੇ ਸ਼ਲੋਕ ਵੀ ਦਰਜ ਹਨ। ਔਰ ਇਹਨਾਂ ਸ਼ਲੋਕਾਂ ਦੇ ਵਿੱਚ ਜੋ ਪੌੜੀ ਦੇ ਵਿੱਚ ਵਿਸ਼ਾ ਹੈ, ਜੋ ਮੁੱਖ ਭਾਵ ਹੈ, ਉਸ ਦਾ ਵਿਸਥਾਰ ਕੀਤਾ ਹੈ, ਹੋਰ ਵਿਆਖਿਆ ਕੀਤੀ ਹੈ। ਉਸ ਦੀ ਸੁਖਾਲਿਆ ਸਾਨੂੰ ਸਮਝ ਆ ਜਾਵੇ, ਇਸ ਕਰਕੇ ਪੌੜੀਆਂ ਦੇ ਨਾਲ ਸ਼ਲੋਕ ਜਿਹੜੇ ਹਨ ਉਹ ਸਤਿਗੁਰੂ ਜੀ ਨੇ ਦਰਜ ਕੀਤੇ। ਜੋ ਸ਼ਲੋਕ ਹੈ ਉਹ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਹੈ, ਕਿ ਜੋ ਵਾਰ ਹੈ, ਜੋ ਪੌੜੀਆਂ ਹਨ, ਉਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਰਚਨਾ ਹੈ।
ਹੈ। ਸੇਵਾ ਤੋਂ ਭਾਵ ਹੈ ਸੇਵ ਕਰਨੀ, ਨਿਰਸਵਾਰਥ ਹੋ ਕੇ ਜੋ ਕਾਰਜ ਕੀਤਾ ਜਾਵੇ ਉਸ ਨੂੰ ਸੇਵਾ ਕਿਹਾ ਜਾਂਦਾ ਹੈ। ਜਿਸ ਨੂੰ ਕਰਨ ਪਿੱਛੇ ਸਾਡਾ ਆਪਣਾ ਕੋਈ ਪ੍ਰਯੋਜਨ ਨਾ ਹੋਵੇ, ਜੋ ਕੇਵਲ ਤੇ ਕੇਵਲ ਦੂਸਰਿਆਂ ਵਾਸਤੇ ਕੀਤਾ ਜਾਵੇ, ਉਸ ਨੂੰ ਸੇਵਾ ਕਿਹਾ ਜਾਂਦਾ ਹੈ। ਔਰ 3 ਪ੍ਰਕਾਰ ਦੀ ਸੇਵਾ ਹੈ: ਤਨ ਦੀ ਸੇਵਾ, ਧਨ ਦੀ ਸੇਵਾ, ਮਨ ਦੀ ਸੇਵਾ। ਤਨ ਕਰਕੇ ਕਿਸੇ ਵਾਸਤੇ ਕੋਈ ਕਾਰਜ ਕਰਨਾ, ਗੁਰੂ ਘਰ ਦੇ ਵਿੱਚ ਆ ਕੇ ਝਾੜੂ ਫੇਰਨਾ, ਲੰਗਰ ਦੇ ਵਿੱਚ ਸੇਵਾ ਕਰਨੀ, ਟੋਕਰੀ ਦੀ ਸੇਵਾ ਕਰਨੀ, ਕਹੀ ਦੀ ਸੇਵਾ ਕਰਨੀ, ਇਹ ਤਨ ਦੀ ਸੇਵਾ ਹੈ। ਤਨ ਕਰਕੇ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਕੋਈ ਕਾਰਜ ਕਰਦੇ ਹਾਂ। ਔਰ ਮਨ ਦੀ ਸੇਵਾ ਜਿਹੜੀ ਹੈ, ਜੋ ਆਪ ਸੰਗਤ ਇਸ ਵੇਲੇ ਕਰ ਰਹੇ ਹੋ, ਜੋ ਸੰਗਤ ਕਰਨੀ, ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਕੀਰਤਨ, ਕਥਾ ਸਰਵਣ ਕਰਨੀ, ਨਾਮ ਜਪਣਾ, ਇਹ ਮਨ ਦੀ ਸੇਵਾ ਹੈ। ਜੋ ਮਨ ਨੂੰ ਅਸੀਂ ਇਕਾਗਰ ਕਰਕੇ ਬਿਠਾਉਂਦੇ ਹਾਂ, ਮਨ ਕਰਕੇ ਬੈਠਦੇ ਹਾਂ, ਗੁਰੂ ਦੀ ਸਿੱਖਿਆ ਨੂੰ ਸੁਣਦੇ ਹਾਂ, ਸਮਝਦੇ ਹਾਂ, ਇਹ ਮਨ ਦੀ ਸੇਵਾ ਹੈ। ਮਨ ਨੂੰ ਪਰਮਾਤਮਾ ਨਾਲ ਜੋੜਨਾ, ਇਹ ਵੀ ਇੱਕ ਸੇਵਾ ਹੈ। ਔਰ ਤਨ ਦੀ ਸੇਵਾ, ਧਨ ਦੀ ਸੇਵਾ, ਜੋ ਧਨ ਦੀ ਸੇਵਾ ਹੈ, ਉਹ ਮਾਇਆ ਦੇ ਕੇ ਅਸੀਂ ਗੁਰੂ ਘਰ ਦੇ ਵਿੱਚ ਜੋ ਕਾਰਜ ਚੱਲਦੇ ਹਨ, ਲੰਗਰ ਚੱਲਦੇ ਹਨ, ਇਮਾਰਤਾਂ ਦੀ ਉਸਾਰੀ ਹੁੰਦੀ ਹੈ, ਜਾਂ ਹੋਰ ਬਿਰਤ ਕਾਰਜ, ਜੋ ਉਸ ਵਾਸਤੇ ਅਸੀਂ ਧਨ ਦਿੰਦੇ ਹਾਂ, ਤਾਂ ਉਸ ਨੂੰ ਧਨ ਦੀ ਸੇਵਾ ਕਿਹਾ ਜਾਂਦਾ ਹੈ। ਸੋ ਇਹ ਸਾਰੀਆਂ ਹੀ ਸੇਵਾਵਾਂ ਉੱਤਮ ਹਨ, ਪਰ ਇਹਨਾਂ ਦੇ ਵਿੱਚੋਂ ਜੋ ਸਭ ਤੋਂ ਉੱਤਮ ਸੇਵਾ ਹੈ ਉਹ ਮਨ ਦੀ ਸੇਵਾ ਹੈ। ਅੱਜ ਦਾ ਜੋ ਪਾਵਨ ਸ਼ਬਦ ਆਪ ਸੰਗਤ ਨੇ ਸਰਵਣ ਕੀਤਾ ਹੈ, ਉਹ ਇਸੇ ਦੇ ਦੁਆਲੇ ਘੁੰਮਦਾ ਹੈ। ਕਿਉਂਕਿ ਤਨ ਦੀ ਸੇਵਾ ਕਰਨੀ ਹੈ, ਧਨ ਦੀ ਸੇਵਾ ਕਰਨੀ ਹੈ, ਉਹ ਵੀ ਤਾਂ ਹੀ ਹੋਵੇਗੀ ਜੇ ਅਸੀਂ ਮਨ ਕਰਕੇ ਗੁਰੂ ਨਾਲ ਜੁੜੇ ਹੋਵਾਂਗੇ। ਤਨ ਵੀ ਸਾਡਾ ਜਿਹੜਾ ਹੈ ਉਹ ਮਨ ਦੀ ਜੋ ਡਾਇਰੈਕਸ਼ਨ ਹੈ ਉਸੇ ਦੇ ਪਿੱਛੇ ਚੱਲਦਾ ਹੈ। ਮਨ ਸਰਦਾਰ ਹੈ ਇਸ ਤਰ੍ਹਾਂ ਦਾ। ਜੇ ਮਨ ਮੰਨੇਗਾ ਤਾਂ ਹੀ ਅਸੀਂ ਲੰਗਰ ਦੇ ਵਿੱਚ ਭਾਂਡੇ ਮਾਂਜਾਂਗੇ, ਝਾੜੂ ਦੀ ਸੇਵਾ ਕਰਾਂਗੇ, ਜਾਂ ਹੋਰ ਸੇਵਾਵਾਂ ਕਰਾਂਗੇ। ਔਰ ਜੋ ਧਨ ਦੀ ਸੇਵਾ ਵੀ ਕਰਨੀ ਹੈ, ਉਹ ਵੀ ਜੇ ਸਾਡਾ ਮਨ ਮੰਨੇਗਾ ਤੇ ਫਿਰ ਹੀ ਅਸੀਂ ਦਸਵੰਧ ਗੁਰੂ ਘਰ ਵਿੱਚ ਦੇ ਸਕਾਂਗੇ। ਸੋ ਇਹਨਾਂ ਸਾਰੀਆਂ ਸੇਵਾਵਾਂ ਦੇ ਵਿੱਚ ਜੋ ਮਨ ਹੈ ਉਹਨੂੰ ਗੁਰੂ ਅੱਗੇ ਅਰਪਣ ਕਰਨਾ, ਹਿਰਦੇ ਵਿੱਚ ਗੁਰੂ ਦਾ ਡਰ ਭੈ, ਉਪਦੇਸ਼ ਵਸਾਉਣਾ, ਇਹ ਵੱਡੀ ਸੇਵਾ ਹੈ। ਜੇ ਅਸੀਂ ਮਨ ਨੂੰ ਗੁਰੂ ਦੇ ਅੱਗੇ ਸਮਰਪਣ ਕਰ ਦੇਵਾਂਗੇ ਤੇ ਦੂਸਰੀਆਂ ਜਿਹੜੀਆਂ 2 ਸੇਵਾਵਾਂ ਹਨ ਉਹ ਕਰਨੀਆਂ ਆਸਾਨ ਹੋ ਜਾਣਗੀਆਂ, ਸੌਖੀਆਂ ਹੋ ਜਾਣਗੀਆਂ, ਉਹ ਆਪਣੇ ਆਪ ਹੀ ਹੋ ਜਾਣਗੀਆਂ, ਸਹਿਜ ਭਾਵ ਹੀ। ਪਰ ਸੇਵਾ ਵੀ 2 ਪ੍ਰਕਾਰ ਦੀ ਹੈ। ਇੱਕ ਅਸੀਂ ਗੁਰੂ ਘਰ ਵਿੱਚ ਸੇਵਾ ਕਰਦੇ ਹਾਂ, ਇੱਕ ਸਮਾਜ ਦੇ ਵਿੱਚ ਸੇਵਾ ਕਰਦੇ ਹਾਂ। ਗੁਰੂ ਘਰ ਵਿੱਚ ਝਾੜੂ ਫੇਰਨਾ, ਲੰਗਰ ਵਿੱਚ ਸੇਵਾ ਕਰਨੀ, ਤਨ ਕਰਕੇ ਸੇਵਾ ਕਰਨੀ, ਬਾਣੀ ਪੜ੍ਹਨੀ, ਕਥਾ ਵਿਚਾਰ ਸੁਣਨੀ, ਦੀਵਾਨ ਸੁਣਨਾ, ਦਸਵੰਧ ਦੇਣਾ। ਔਰ ਦੂਸਰੀ ਸੇਵਾ ਹੈ ਸਮਾਜ ਦੇ ਵਿੱਚ ਕਿਸੇ ਲੋੜਵੰਦ ਦੀ ਸਹਾਇਤਾ ਕਰਨੀ, ਕਿਸੇ ਮਜ਼ਲੂਮ ਨੂੰ ਕਿਸੇ ਦੇ ਜ਼ੁਲਮ ਤੋਂ ਬਚਾਉਣਾ, ਕਿਸੇ ਦਾ ਭਲਾ ਕਰਨਾ। ਸੋ ਦੋਵੇਂ ਸੇਵਾ ਹੀ ਗੁਰੂ ਘਰ ਦੇ ਵਿੱਚ ਪ੍ਰਵਾਨ ਹਨ। ਇਸੇ ਕਰਕੇ ਗੁਰੂ ਘਰ ਦੇ ਵਿੱਚ ਜਿਹੜਾ ਹੈ ਉਹ ਸੰਗਤ ਤੋਂ ਇਹ ਸੇਵਾ ਕਰਵਾਈ ਜਾਂਦੀ ਹੈ ਤਾਂ ਜੋ ਉਹਨਾਂ ਦਾ ਮਨ ਜਿਹੜਾ ਹੈ ਉਹ ਸੇਵਾ ਲਈ ਤਿਆਰ ਹੋ ਸਕੇ, ਇੱਥੋਂ ਉਸ ਨੂੰ ਇੱਕ ਚੇਟਕ ਲੱਗ ਸਕੇ ਤੇ ਉਹ ਬਾਹਰ ਵੀ ਸਮਾਜ ਵਿੱਚ ਸੇਵਾ ਕਰ ਸਕੇ। ਸੋ ਧਾਰਮਿਕ ਗੁਰੂ ਘਰ ਦੀ ਸੇਵਾ ਦਾ ਜਿਤਨਾ ਮਹਾਤਮ ਹੈ, ਉਤਨਾ ਹੀ ਮਹਾਤਮ ਸਮਾਜ ਦੀ ਸੇਵਾ ਦਾ ਹੈ। ਕਿਉਂਕਿ ਮੇਨ ਜੋ ਗੁਰੂ ਘਰ ਹਨ ਉਹ ਵੀ ਸਮਾਜ ਵਾਸਤੇ ਹੀ ਹਨ। ਸੋ ਵਿੱਚ ਦੁਨੀਆ ਸੇਵਕ ਪਾਈ ਹੈ ਤਾਂ ਤੜਕੇ ਪੈਸੇ ਪਾਈ ਹੈ। ਸਤਿਗੁਰੂ ਜੀ ਕਹਿੰਦੇ ਦੁਨੀਆ ਦੇ ਵਿੱਚ ਜੇ ਕਿਸੇ ਗਰੀਬ ਦਾ ਅਸੀਂ ਭਲਾ
जे किसी माड़े के नाल असीं खड़े होवांगे तो सानूं भी दरगाह दे विच जगह मिल जाएगी। दुनिया दे विच जे कोई असीं नेकी कीती होएगी तां ही उस दरगाह दे विच बैठण नूं जगह मिलेगी। सो आओ सरवण करिए अज का जो पावन मुखवाक है। सतगुरु जी बख्शिश करते हैं। श्लोक महला तीजा। श्लोक जिहड़ा है वो शब्द का नाम है। महला तीजा गुरु जोत वाले तीसरे सूर। निमाणियां दे मान निताणियां तां न्योटियां दी ओट निमरता दे पुंज। धन श्री गुरु अमरदास पातशाह उन्हां दी पावन पवित्र रसना तो ये शब्द उच्चारण किया होया है। हस्ती सिर ज्यों अंकस है आहरण ज्यों सिर दे। सतगुरु जी कहते हैं हस्ती तो भाव है हाथी, अंकस तो भाव है महावत जो हाथी की सवारी करता है। जो एक तरह नाल असी कह सकते हैं कि हाथी का ड्राइवर है, महावत कहा जाता है। उसनों विशेष ट्रेनिंग होती है उस हाथी को काबू करने। वो जानता है कि इसको बिठाना किवें है, इसको खड़ा किस तरह करना है, इसके उत्ते सवारी किवें करनी है। ये सारिया चीज़ों तो वो जान होता है। तो वो हाथ के एक कुंडा होता है जो बहुत तिखा होता है, चोबदार होता है। वो उसके सिर के उत्ते बैठ के उस कुंडे के नाल उसको जिहड़ा है इशारा करता है। तो वो हाथी समझ जाता है कि मेरा महावत मैनू बैठने वास्ते कह रहा है, मैनू उठण वास्ते कह रहा है, मैनू चलण वास्ते कह रहा है। तो उस महावत की जो डायरैक्शन है उसके अनुसार वो हाथी जिहड़ा है वो चलता है। तो सतगुरु कहते हे भाई उस हाथी की तरह उदाहरण दी है सतगुरु जी ने कि जिवें उहदे सिर के उत्ते महावत का कुंडा होता है, आहरण ज्यों सिर दे। दूसरी उदाहरण दी है जो घुमियार या लोहे का काम करने वाला जो मिस्त्री है, उन्होंने पास लोहे को टूटन वास्ते वड्डियां वड्डियां लहरां होंदियां लोहे दीयां। वड्डी लोहे की ढेली होती है जिहदे उत्ते रख के वो लोहे को कुटदा है थौड़े के नाल। उसके दरवाजे ग्रिल्लां जिस तरह का आकार उसने देना होता है, भट्ठी दे विच उसनूं लाल करके ते उस ऐरन दे उत्ते उस थौड़े की सट दे नाल उस तरह के आकार दे विच वो ढालदा है। सो सतगुरु जी कहते इस तरीके दे नाल जिवें हाथी के सिर के उत्ते महावत का कुंडा है, जिवें ऐरन के उत्ते जिहड़ा ढलण वाला लोहा है वो है ते उहदी सट सहिंदा है, इस तरह तू भी अपना सिर गुरु नूं सौंप दे। गुरु नूं अपना महावत बना लै। जो पानी का कुंडा है इसनूं अपने सिर के विच जिहड़ा है वो लगा लै। अपना सिर गुरु के चरणों में इस तरह रख दे जिवें उस ऐरन के उत्ते पिया होया लोहा है। जिवें उस मिस्त्री का दिल करता है उसको ढाल दिंदा है। उस तरह तू भी गुरु के अगे गुरु घर दे विच अपने आप को समर्पण कर दे कि जिवें गुरु नूं भावे, जो भी गुरु सेवा करना चाहे, जिधर को ढालना चाहे वो तेनों ढाल देगा। इस तरीके की सेवा सतगुरु जी कहते हैं। इस तरह सानूं जिहड़ा समर्पण है वो गुरु घर दे विच करना चाहिए। मन तन आके राख के ऊबी सेव करे। ते सतगुरु जी कहते इस तरह मन भी ते तन भी गुरु के अगे रख के ऊबी सेव करे। ऊबी जिहड़ी सेव है, ऊबी जिहड़ी सेव है, सख्त जिहड़ी मुशक्कत है वो करनी चाहिए। गुरु अमरदास पातशाह जी का जो असीं जीवन पढ़ते हैं तो उन्होंने भी खडूर साहिब विखे गुरु अंगद देव महाराज जी की हजूरी दे विच लगभग 12 साल के करीब समा रह के इस तरह की सेवा की। हर रोज़
ਬਿਨਾਂ ਨਾਗਾ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ 10 ਕਿਲੋਮੀਟਰ ਜਿਹੜਾ ਹੈ ਉਹ ਅੰਮ੍ਰਿਤ ਵੇਲੇ ਚੱਲ ਕੇ ਜਾਣਾ ਤੇ ਉੱਥੋਂ ਬਿਆਸ ਦਰਿਆ ਦੇ ਵਿੱਚੋਂ ਗਾਗਰ ਜਲਦੀ ਭਰ ਕੇ ਲਿਆਉਣੀ ਤੇ ਸਤਿਗੁਰੂ ਜੀ ਦਾ ਇਸ਼ਨਾਨ ਕਰਵਾਉਣਾ ਹਰ ਰੋਜ਼ ਬਿਨਾਂ ਨਾਗਾ, ਔਰ ਆ ਕੇ ਫਿਰ ਲੰਗਰ ਵਿੱਚ ਸੇਵਾ ਕਰਨੀ ਔਰ ਨਾਮ ਸਿਮਰਨ ਕਰਨਾ। ਔਰ ਜੋ ਵੀ ਸਤਿਗੁਰੂ ਜੀ ਨੇ ਬਚਨ ਕਿਹਾ ਉਹਨਾਂ ਨੇ ਖਿੜੇ ਮੱਥੇ ਪ੍ਰਵਾਨ ਕੀਤਾ। ਆਪਣੇ ਜੀਵਨ ਵਿੱਚ ਸਤਿਗੁਰੂ ਜੀ ਨੇ ਸਾਨੂੰ ਕਰਕੇ ਦਿਖਾਇਆ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪੂਰਨੇ ਪਾਏ ਵੀ ਕਿਵੇਂ ਗੁਰੂ ਦੀ ਸੇਵਾ ਕਰਨੀ ਹੈ ਤੇ ਫਿਰ ਪ੍ਰਾਪਤ ਕੀ ਹੁੰਦਾ ਹੈ। ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾ ਲੇ। ਤੇ ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਜੇ ਕੋਈ ਗੁਰਮੁਖ ਆਪਣਾ ਆਪਾ ਭਾਵ ਮਿਟਾ ਕੇ ਹਉਮੈ ਨੂੰ ਮਿਟਾ ਕੇ ਗੁਰੂ ਅੱਗੇ ਇਸ ਤਰ੍ਹਾਂ ਦਾ ਸਮਰਪਣ ਕੋਈ ਕਰ ਦੇਵੇ ਤੇ ਸਤਿਗੁਰੂ ਜੀ ਕਹਿੰਦੇ ਫਿਰ ਸਾਰੀ ਸ੍ਰਿਸ਼ਟੀ ਦਾ ਰਾਜ ਉਸ ਨੂੰ ਮਿਲ ਜਾਂਦਾ। ਸਾਰੀ ਸ੍ਰਿਸ਼ਟੀ ਦਾ ਮਾਲਕ ਉਹ ਜੀਵ ਵਿਅਕਤੀ ਬਣ ਸਕਦਾ ਹੈ ਜੋ ਗੁਰੂ ਦੇ ਅੱਗੇ ਇਸ ਤਰ੍ਹਾਂ ਆਪਣਾ ਆਪਾ ਭਾਵ ਜਿਹੜਾ ਹੈ ਵਾਰ ਕੇ ਸੇਵਾ ਕਰਦਾ ਹੈ। ਸੋ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜੇ ਸੇਵਾ ਕੀਤੀ ਤਾਂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਪਣਾ ਜਿਹੜਾ ਸਰੂਪ ਹੈ ਉਹ ਬਣਾਇਆ, ਗੁਰਿਆਈ ਬਖਸ਼ਿਸ਼ ਕੀਤੀ ਔਰ ਇਹੋ ਜਿਹੀ ਉਪਮਾ ਇਹੋ ਜਿਹੀ ਵਡਿਆਈ ਦੇ ਮਾਰਗ ਬਣਾਇਆ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਭੱਟਾ ਨੇ ਗੁਰੂ ਅਮਰਦਾਸ ਜੀ ਦੀ ਉਸਤਤ ਕੀਤੀ ਹੈ। ਭੱਲੇ ਅਮਰਦਾਸ ਗੁਣ ਤੇਰੇ तेरी उपमा तुहे पर। कितनी उपमा कितनी वडियाई महान है गुरु अमरदास पातशाह जी की। और गुरु अंगद देव पातशाह जी का जो असीं जीवन पढ़ते हैं तो जब गुरु नानक देव पातशाह जी के नाल करतारपुर की धरती से मिलाप होया है, भाई जोत जी तो उन्होंने बाणी सरवण की है तो अपना जथा अपना संग उत्थे ही छड्ड के ते गुरु नानक देव महाराज जी के घर करतारपुर विखे आ गए और इतनी सेवा की। जो भी वचन गुरु नानक देव पातशाह जी ने कहा, जे सतगुरु जी ने कहा कि भाई लैणा जी जाओ, अद्धी रात है साढ़े बस्तर धो के जाओ। जे गुरु नानक देव पातशाह जी ने कहा कि भाई लैणा जी स्टिकर के उपर चढ़ो तो इसको बुलाओ, उपरों मठियाइयां कितनियां ते सत वचन कह के वो भी कार्य किया जो सतगुरु जी ने कहा। जिहड़े साडे वर्गे सिख सन वो किंतु परंतु करते सन कि सतगुरु जी कितना भी मठियाइयां लगणगियां या सतगुरु जी दिन चढ़ेगा तो कपड़े धो लियावांगे, अद्धी रात की जरूरत है। पर जिसने अपना मन के तन समर्पित करता, जो गुरु को अपना महावत बना लिया, गुरु की बाणी का कुंडा जिहड़ा है अपने सिर के उत्ते धारण कर लिया, तो फिर जे गुरु ने कह दिता जे रात है तो गुरु ने कहा दिन है तो दिन है, जे दिन वेले गुरु ने कहा रात है तो रात है। सो भाई लैणा जी कह इस तरह उन्होंने समर्पण जिहड़ा है वो गुरु घर दिता। तो सतगुरु गुरु नानक देव पातशाह जी ने फिर उन्होंने अपना अंगद बना लिया। गुरु अंगद देव पातशाह जी के रूप में उन्होंने वडियाई की बख्शिश की। सो ये गुरु घर की महिमा है, वडियाई है। जिसने भी सेवा की है गुरु ने उसको बेहद वडियाइयां बख्शियां, अपने वर्गा बना लिया, अपना रूप दे दिता है। तो सतगुरु जी कहते इं जेकर कोई सेवा कर ले, आपा भाव मिटा के हौमे मिटा के, तो सतगुरु जी कहते हैं कि सारी सृष्टि का राज भाग उसको मिल जाएगा। नानक गुरमुख बुझीए जाया पे नजर करे। पर सतगुरु जी कहते हैं कि हे नानक, ये उन्होंने लोगों को इस चीज़ की सोची होती है जो गुरु की सेवा की जो महानता है, इसकी सोची उससे होती है जिहदे उत्ते गुरु आप कृपा करता है, जिहदे को गुरु आप सेवा देता है, वही समझता है। असीं भी गुरु घर सेवा करते हैं, पर कई बार सेवा करते हैं मन के हौमे भी आ जाती है कि असीं बड़े बड़े सेवादार हैं, बड़ी सेवा करते हैं, अपने आप
ਜਿਹੜਾ ਹੈ ਇਸ ਤਰੀਕੇ ਦੇ ਨਾਲ ਹਉਮੈ ਦਾ ਸ਼ਿਕਾਰ ਹੋ ਜਾਂਦੇ ਹਨ। ਪਰ ਸਤਿਗੁਰੂ ਜੀ ਕਹਿੰਦੇ ਜਿਹਦੇ ਉੱਤੇ ਗੁਰੂ ਕਿਰਪਾ ਕਰਦੇ ਹੋਏ ਉਸ ਨੂੰ ਇਸ ਸੋਝੀ ਆ ਜਾਂਦੀ ਹੈ, ਸੇਵਾ ਕਰਤ ਹੋਏ ਤੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਮਾਨ। ਸੇਵਾ ਕਰਨੀ ਹੈ ਪਰ ਜਤਾਉਣਾ ਨਹੀਂ ਹੈ, ਦਿਖਾਉਣਾ ਨਹੀਂ ਹੈ ਕਿ ਮੈਂ ਕੋਈ ਸੇਵਾ ਕਰ ਰਿਹਾ। ਇਹੀ ਕਹਿਣਾ ਹੈ ਕਿ ਗੁਰੂ ਦਾ ਕਾਰਜ ਹੈ ਤੇ ਉਹ ਆਪ ਸਾਡੇ ਪਾਸੋਂ ਆਪਣੀ ਸੇਵਾ ਲੈ ਰਿਹਾ। ਸਤਿਗੁਰੂ ਜੀ ਇਸ ਤਰ੍ਹਾਂ ਨੇਕਾਮੀ ਹੋਣਾ ਹੈ, ਉਸ ਨੂੰ ਹੀ ਪ੍ਰਾਪਤ ਹੋ ਸਕਦਾ ਹੈ ਸੁਆਮੀ, ਉਸ ਖਸਮ ਦੀਆਂ ਖੁਸ਼ੀਆਂ, ਵਾਹਿਗੁਰੂ ਦੀ ਨਜ਼ਰ ਉਸੇ ਨੂੰ ਪ੍ਰਾਪਤ ਹੋ ਸਕਦੀ ਹੈ ਜੋ ਬਿਨਾਂ ਸਵਾਰਥ ਤੋਂ ਆਪਣਾ ਭਾਵ ਮਿਟਾ ਕੇ ਸੇਵਾ ਕਰੇਗਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਸਤਿਗੁਰੂ ਜੀ ਕਹਿੰਦੇ ਸੇਵਾ ਸਫਲ ਹੈ ਪਰ ਜੇ ਕੋਈ ਚਿੱਤ ਲਾ ਕੇ ਕਰ ਲਵੇ, ਵਿਖਾਵੇ ਵਾਸਤੇ ਨਹੀਂ। ਇਹ ਦੁਨੀਆ ਨੂੰ ਵਿਖਾਉਣ ਵਾਸਤੇ ਵੀ ਸੇਵਾ ਕਰਦੇ ਹਨ ਕਿ ਅਸੀਂ ਬੜੇ ਵੱਡੇ ਸੇਵਾਦਾਰ। ਸਤਿਗੁਰੂ ਜੀ ਕਹਿੰਦੇ ਨਹੀਂ, ਵਿਖਾਵੇ ਵਾਸਤੇ ਨਹੀਂ, ਕਿਸੇ ਦੀਆਂ ਨਜ਼ਰਾਂ ਵਿੱਚ ਚੰਗੇ ਬਣਨ ਵਾਸਤੇ ਨਹੀਂ, ਗੁਰੂ ਵਾਸਤੇ ਕਿ ਅਸੀਂ ਗੁਰੂ ਦੇ ਹਾਂ ਤੇ ਗੁਰੂ ਘਰ ਦੇ ਵਿੱਚ ਅਸੀਂ ਸੇਵਾ ਕਰਨੀ ਹੈ। ਨਿਮਰਤਾ ਦੇ ਨਾਲ ਜੋ ਸੇਵਾ ਕਰਦਾ ਹੈ ਉਸ ਨੂੰ ਜਿਹੜਾ ਹੈ ਇਹ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਸ੍ਰਿਸ਼ਟੀ ਦਾ ਰਾਜ ਵੀ ਸਤਿਗੁਰੂ ਜੀ ਕਹਿੰਦੇ ਉਸ ਨੂੰ ਮਿਲ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਇਹ ਸੋਝੀ, ਇਹ ਸੇਵਾ ਦੀ ਮਹਾਨਤਾ ਉਹੀ ਸਮਝਦੇ ਹਨ ਜਿਨ੍ਹਾਂ ਦੇ ਉੱਤੇ ਉਹ ਪ੍ਰਮਾਤਮਾ ਗੁਰੂ ਆਪ ਨਜ਼ਰ ਕਰਦਾ ਹੈ। ਮਹੱਲਾ ਤੀਜਾ, ਜਿਨ ਗੁਰਮੁਖ ਨਾਮ ਤੇ ਆਇਆ ਆਏ ਨੇ ਪਰਮਾਨ। ਤੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ, ਗੁਰਮੁਖ ਜੋ ਗੁਰੂ ਦੀ ਮੱਤ ਪਿੱਛੇ ਚੱਲਣ ਵਾਲਾ ਹੈ, ਇੱਕ ਗੁਰਮੁਖ ਹੈ ਇੱਕ ਮਨਮੁਖ ਹੈ। ਮਨਮੁਖ ਜੋ ਮਨ ਦੀ ਬ੍ਰਿਤੀ ਦੇ ਪਿੱਛੇ ਲੱਗਦਾ ਹੈ, ਗੁਰਮੁਖ ਜੋ ਗੁਰੂ ਦੇ ਕਹੇ ਅਨੁਸਾਰ ਚੱਲਦਾ ਹੈ, ਜੋ ਗੁਰੂ ਕਹਿੰਦਾ ਹੈ ਉਸ ਦੇ ਅਨੁਸਾਰ ਚੱਲਦਾ ਹੈ, ਉਹ ਗੁਰਮੁਖ ਹੈ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੀ ਬਾਣੀ ਦੇ ਪਿੱਛੇ ਲੱਗ ਕੇ ਉਸ ਪਰਮਾਤਮਾ ਦਾ ਨਾਮ ਧਿਆਇਆ ਹੈ, ਉਸ ਪਰਮਾਤਮਾ ਨੂੰ ਸਿਮਰਿਆ ਹੈ, ਆਏ ਦੇ ਪ੍ਰਵਾਨ, ਉਹ ਇਸ ਸੰਸਾਰ ਤੇ ਆਏ ਹੋਏ ਪ੍ਰਵਾਨ ਹਨ, ਉਹਨਾਂ ਦਾ ਜੀਵਨ ਸਫਲ ਹੈ। ਨਾਨਕ ਕੁਲ ਉਧਾਰੇ ਆਪਣਾ ਦਰਗਹਿ ਪਾਵਹਿ ਮਾਣ। ਤੇ ਸਤਿਗੁਰੂ ਜੀ ਕਹਿੰਦੇ ਉਹ ਆਪਣੀ ਕੁਲ, ਆਪਣਾ ਜੀਵਨ ਸਫਲ ਕਰ ਲੈਂਦੇ ਹਨ। ਜੋ ਭਈ ਪ੍ਰਾਪਤ ਮਾਨ ਉੱਠਦੇ ਹੋਈਆ, ਗੋਬਿੰਦ ਮਿਲਣ ਕੀ ਇਹ ਤੇਰੀ ਪਈਆ। ਜੋ ਉਸ ਪਰਮਾਤਮਾ ਨੂੰ ਮਿਲਣ ਦਾ ਇਹ ਵਾਰੀ ਹੈ, ਇਹ ਮਨੁੱਖਾ ਦੇਹੀ, ਇਹ ਮਨੁੱਖਾ ਜੀਵਨ ਸਾਨੂੰ ਜਿਸ ਪਰਪਸ ਵਾਸਤੇ ਮਿਲਿਆ ਹੈ, ਉਸ ਪਰਮਾਤਮਾ ਦੀ ਪ੍ਰਾਪਤੀ, ਉਸ ਪਰਮਾਤਮਾ ਨਾਲ ਭੇਟਤਾ। ਸਤਿਗੁਰੂ ਜੀ ਕਹਿੰਦੇ ਹਨ ਕਿ ਉਹ ਜੀਵ ਆਪਣੀ ਕੁਲ ਨੂੰ ਉਧਾਰ ਲੈਂਦੇ ਹਨ, ਇਸ ਭਾਵ ਸਾਗਰ ਤੋਂ ਪਾਰ ਉਤਰ ਜਾਂਦੇ ਹਨ। ਦਰਗੇ ਪਾਵੇ ਮਾਣ, ਤੇ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਮਾਣ ਪਾਉਂਦੇ ਹਨ, ਥਾਂ ਪ੍ਰਾਪਤ ਕਰਦੇ ਹਨ। ਪੌੜੀ, ਸੋ ਪੌੜੀ ਦੀ ਸੰਤ ਦਾ ਨਾਮ ਹੈ। ਸੰਸਕ੍ਰਿਤ ਦੇ ਵਿੱਚ ਇਸ ਨੂੰ ਸੀੜੀ ਛੰਦ ਕਿਹਾ ਜਾਂਦਾ ਹੈ। ਜਦੋਂ ਅਸੀਂ ਕੋਠੇ ਤੇ ਚੜ੍ਹਨਾ ਹੋਵੇ ਤੇ ਪੌੜੀ ਦੇ ਸਹਾਰੇ ਚੜ੍ਹਿਆ ਜਾਂਦਾ ਹੈ। ਸੋ ਇਸੇ ਤਰ੍ਹਾਂ ਦਾ ਇਹ ਛੰਦ ਹੈ। ਉਸ ਪਰਮਾਤਮਾ ਦਾ ਜੋ ਅਧਿਆਤਮਕ ਉਪਦੇਸ਼ ਹੈ ਉਹਦੇ ਤੱਕ ਪਹੁੰਚਣ ਵਾਸਤੇ ਇਹ ਪੌੜੀ ਹੈ, ਸੀੜੀ ਹੈ, ਇਹ ਛੰਦ। ਇਸ ਕਰਕੇ ਇਸ ਦਾ ਨਾਮ ਪੌੜੀ। ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ। ਸਤਿਗੁਰੂ ਜੀ ਕਹਿੰਦੇ ਹਨ ਕਿ ਗੁਰੂ ਦੀ ਮੱਤ ਤੇ ਚੱਲਣ ਵਾਲੀਆਂ ਗੁਰਮੁਖ ਜੀਵ ਰੂਪੀ ਇਸਤਰੀਆਂ, ਉਹਨਾਂ ਨੂੰ ਗੁਰੂ ਆਪਣੇ ਨਾਲ ਆਪ ਮਿਲਾ ਲੈਂਦਾ ਹੈ। ਇੱਕ ਸੇਵਕ ਗੁਰ ਪਾਸ, ਇੱਕ ਗੁਰ ਕਾਰ ਲਾਈਆਂ। ਇੱਕ ਜੀਵ ਰੂਪ ਇਸਤਰੀਆਂ ਗੁਰੂ ਦੇ ਪਾਸ ਬੈਠੀਆਂ ਹਨ। ਇੱਕ ਜੀਵ ਰੂਪ ਇਸਤਰੀਆਂ ਨੂੰ ਕਾਲ ਪੁਰਖ ਨੇ, ਗੁਰੂ ਨੇ ਆਪਣੀ ਘਾਰੇ ਲਾਇਆ ਹੈ, ਸੇਵਾ ਦੇ ਵਿੱਚ ਲਾਇਆ ਹੈ। ਜਿਸ ਤਰ੍ਹਾਂ ਉਸ ਪਰਮਾਤਮਾ ਦੀ ਮਰਜ਼ੀ ਹੈ, ਉਸੇ ਤਰ੍ਹਾਂ ਉਸਨੇ ਆਪਣੇ ਪਿਆਰਿਆਂ ਨੂੰ, ਗੁਰਮੁਖਾਂ ਨੂੰ ਕੰਮਾਂ ਦੇ ਉੱਤੇ ਜਿਹੜਾ ਹੈ ਉਹ ਲਾਇਆ ਹੈ। ਜਿੰਨਾ ਗੁਰ ਪਿਆਰਾ ਮਨ ਚਿੱਤ, ਤਿੰਨਾ ਭਾਉ ਗੁਰੂ ਦੇਵਾਈਆ। ਤੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਮਨ ਦੇ ਵਿੱਚ, ਚਿੱਤ ਦੇ ਵਿੱਚ ਉਸ ਪਰਮਾਤਮਾ ਦਾ ਪਿਆਰ ਹੈ, ਉਹਨਾਂ ਨੂੰ ਜਿਹੜਾ ਗੁਰੂ ਹੈ ਉਹ ਆਪਣਾ ਨਿਰਮਲ ਭਾਉ, ਨਿਰਮਲ ਡਰ ਉਹ ਦੇ ਦਿੰਦਾ ਹੈ। ਉਹ ਹਮੇਸ਼ਾ ਫਿਰ ਇਸ ਗੱਲ ਤੋਂ ਡਰਦੇ ਹਨ ਕਿ ਮੇਰੇ ਤੋਂ ਕੋਈ ਮਾੜਾ ਕਰਨਾ ਹੋ ਜਾਵੇ।
मैं गुरु का सिख हाँ, किसी का हिरदा मेरे बचनों नाल दुख ना जाए। वो किसी के नाल ईर्खा, द्वेष, क्रोध ये नहीं करते, क्योंकि गुरु का भय है, गुरु का डर है कि जे मैं इस तरह कराँगा तो मैं गुरु चिड़केगा, मैं गुरु के अगे जिहड़ा है वो शर्मसार होना। वो जी फिर किसी के नाल कोई माड़ा काम नहीं करता, झूठ नहीं बोलता, बेईमानी नहीं करता। तो सतगुरु जी कहते हैं कि जिन्हों ने मन के विच गुरु का प्यार है, सतगुरु जी उन्होंने हिरदिਆਂ ਦੇ ਵਿੱਚ पवित्र जिहड़ा डर है उस अकाल पुरख का वो पैदा कर देते हैं। गुर सिखा इको प्यार, गुर मित्ता पुत्ता भाइयां। ते सतगुरु जी कहते हैं कि गुरमुखां का जो एक दूसरे के नाल प्यार है वो इस तरह का है कि जिवें गुरु के वो सारे पुत्र होण, सारे भाई होण, इस तरह का उन्होंने का एक दूसरे के नाल प्यार होता है। गुर सतगुर बोलो सब गुर, आख गुरु जी वाइया। ते सतगुरु जी कहते हैं कि जिहड़ियां जीव रूपी इस्त्रियां गुरु नूं वाह वाह कहिंदियां हैं, गुर सतगुर बोलो सब गुर, जिहड़ियां गुरु नूं वाह वाह जीव रूपी इस्त्रियां कहिंदियां हैं, आख गुरु जी वाइया, उन्होंने आत्मक तौर पर गुरु जिहड़ा है वो जिंदा कर देता है। वैसे तो असीं सारे जिंदे जागते हाँ, पर जब असीं अपनी आत्मा की आवाज़ नहीं सुनते हाँ, उस परमात्मा को भुला देते हैं, तो इसनूं आत्मक मौत जिहड़ा है वो कहा जाता है। जिन्ना चਿਰ असीं उस परमात्मा का ध्यान अपने हिरदे विच वसा के रखते हैं, उन्ना चਿਰ ही असीं जीते हैं, उन्ना चਿਰ ही साडे मन दे विच जिहड़ा निर्मल भाव है वो रहिंदा है। ते असीं गुरु के कहे हुए वचन तो पासे नहीं चाहते, चाहे जो मर्जी हो जाए। पर जब गुरु को भुल जाते हैं, उस परमात्मा को साथ देते हैं, तो ठगी करते हैं, चोरी करते हैं, धोखा करते हैं किसी के नाल, तो साडी आत्मिक तौर पर मौत होती है, क्योंकि असीं आत्मा की आवाज़ को सुनते नहीं। गुरु सानूं की कहता है ये नहीं सुनते। तो सतगुरु जी कहते वो फिर जिहड़ा जीव है वो शरीरक तौर पर तो चलता फिरता नजर आता है, पर आत्मक तौर पर वो मरिया होया के बराबर है। असीं आम तौर पर समाज के जे कोई नीच कर्म करे, भैड़ा कर्म करे, तो असीं कह दिंदे हां कि इहदे विच ते गैरत ही नहीं, इहदी ते अणखी मर गई है। सो माड़े कर्म जिहड़ा जीव करता है वो आत्मक तौर पर मरिया होता है, शरीरक तौर पर चलता फिरता नजर आता है, पर वह अपने असूलों तो डिग जाता है, गुरु के असूलों तो डिग जाता है। उसकी गिनती फिर जी है वो जिंदियां दे विच नहीं होती, मरिया दे विच होती है। तो सतगुरु जी कहते जिन्होंने गुरु अपना नाम दे दिता है वो फिर आत्मक तौर पर जिंदा हो जाते हैं। वो किसी के उत्ते होंदा है फिर जुल्म नहीं सहा सकते, वो अपने निजी स्वार्थ वास्ते झूठ नहीं बोलते, किसी का माड़ा नहीं करते, किसी की निंदा नहीं करते, चुगली नहीं करते, क्योंकि आत्मिक तौर पर जीवित हैं। गुरु की सिक्ख्या उन्होंने हिरदे दे विच याद है कि मैं की करना है तो की नहीं करना। सो सतगुरु जी ने अज के इस पावन पवित्र मुख वाक दे विच जो बख्शिश की है कि असीं अपना मन ते तन गुरु के अगे रख के किस तरह सेवा करनी है, और फिर सानूं इस दीन दुनिया का सृष्टि का जिहड़ा राज भाग है वो भी प्राप्त हो सकता है। गुरु का निर्मल भाव जिहड़ा है, जिन मन भाओ तिना मन भाओ। जे गुरु का डर होगा हिरदे विच फिर ही गुरु नाल प्यार होगा, उन्ना चिर कोई प्यार नहीं। जे गुरु का सानूं भै नहीं, डर नहीं, असीं गुरु को हाजिर नाजिर नहीं जानते, झूठ बोलते हाँ, मकारी करते हैं, तो फिर साडा गुरु नाल प्यार नहीं। सतगुरु जी कहते जिन्हां दे मन में गुरु का निर्मल भाव, परमात्मा का निर्मल भाव होता है कि गुरु सानू देखता है, परमात्मा सानू देखता है, साडे कीते कर्मां नूं देखता है, फिर ही साडे मन में गुरु लई प्यार जिहड़ा है वो पैदा होगा। तो जो प्यार पैदा हो गया तो सतगुरु जी कहते फिर सारे देवे मिल जाएंगे, सारे गुरु के पुत्र भाई असीं होवांगे, और साडा जिहड़ा उस परमात्मा की दरगाह के उत्ते फिर असीं प्रवान होवांगे, साडा ये जीवन जिहड़ा है सफल हो जाएगा।
ਇਹ ਲੇਖੇ ਲੱਗ ਜਾਏਗਾ ਸਾਡਾ ਜੀਵਨ। ਆਇਆ ਸਾਡਾ ਜਿਹੜਾ ਹੈ, ਸਾਡਾ ਇਸ ਭਵਸਾਗਰ ਤੋਂ ਜਿਹੜਾ ਹੈ ਉਹ ਪਾਰ ਉਤਾਰਾ ਹੋ ਜਾਵੇਗਾ। ਸੋ ਸਤਿਗੁਰੂ ਜੀ ਕਿਰਪਾ ਕਰ ਆਈ ਹੋਈ ਸਰਬੱਤ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰ। ਜੋ ਸਤਿਗੁਰੂ ਜੀ ਨੇ ਅੱਜ ਬਖਸ਼ਿਸ਼ ਕੀਤੀ ਹੈ ਮੁਖਵਾਰ, ਇਹ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ। ਅਸੀਂ ਵੀ ਗੁਰੂ ਨੂੰ ਆਪਣਾ ਮੁਹਾਵਤ ਬਣਾ ਸਕੀਏ। ਗੁਰੂ ਦੀ ਸਿੱਖਿਆ ਰੂਪੀ ਲਹਿਰਾਂ ਦੇ ਉੱਤੇ ਆਪਣਾ ਸਿਰ ਜਿਹੜਾ ਹੈ ਗੁਰੂ ਅੱਗੇ ਸਮਰਪਣ ਕਰ ਸਕੀਏ। ਗੁਰੂ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਸਕੀਏ। ਇਹ ਸਮੱਤ, ਇਹ ਬਲ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰ ਤੇ ਆਪਣੇ ਦਰ ਘਰ ਦੀ ਸੇਵਾ ਆਪ ਸਾਡੇ ਪਾਸੇ ਜਿਸ ਤਰ੍ਹਾਂ ਗੁਰੂ ਨੂੰ ਭਾਵੇ ਉਹ ਸਾਡੇ ਕੋਲੋਂ ਕਰਵਾ ਲੈਣ। ਇਸ ਤਰ੍ਹਾਂ ਅਰਦਾਸ ਗੁਰੂ ਚਰਨਾਂ ਵਿੱਚ ਆਪਾਂ ਸਰਬੱਤ ਸੰਗਤ ਕਰੀਏ ਤਾਂ ਜੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਜੋ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਇਸ ਗਵਾਲੀਅਰ ਦੀ ਧਰਤੀ ਨੂੰ ਭਾਗ ਲਾਏ, 52 ਜੋ ਹਿੰਦੂ ਕੈਦੀ ਰਾਜੇ ਸਨ ਉਹਨਾਂ ਨੂੰ ਇਸ ਜਹਾਂਗੀਰ ਦੀ ਕੈਦ ਦੇ ਵਿੱਚੋਂ ਰਿਹਾਅ ਕਰਵਾਇਆ, ਲੋਕ ਦੇ ਪ੍ਰਲੋਭ ਉਹਨਾਂ ਦਾ ਸਵਾਰਿਆ। ਸਤਿਗੁਰੂ ਜੀ ਕਿਰਪਾ ਕਰ ਸਾਨੂੰ ਵੀ ਜੀਵਨ ਦੇ ਬੰਧਨਾਂ ਤੋਂ, ਵਿਕਾਰਾਂ ਦੇ ਬੰਧਨਾਂ ਤੋਂ, ਮਾਇਆ ਦੇ ਮੋਹ ਤੋਂ ਸਤਿਗੁਰੂ ਦੀ ਜਿਹੜੀ ਹੈ ਉਹ ਮੁਕਤੀ ਦਿਵਾ ਦੇ। ਸੋ ਸਤਿਗੁਰੂ ਜੀ ਦਾ ਪਾਵਨ 400 ਸਾਲਾ ਬੰਦੀ ਛੋੜ ਦਿਵਸ ਜੋ 4, 5, 6 ਅਕਤੂਬਰ ਨੂੰ ਗੁਰਦੁਆਰਾ ਦਾਤਾ ਬੰਦੀ ਛੋੜ ਗਵਾਲੀਅਰ ਵਿਖੇ ਸਰਬੱਤ ਨਾਨਕ ਨਾਮ ਦੇ ਸੰਗਤ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀ ਹੈ। ਸੋ ਇਹਨਾਂ ਕਾਰਜਾਂ ਦੇ ਵਿੱਚ ਤਨ ਕਰਕੇ, ਮਨ ਕਰਕੇ, ਧਨ ਕਰਕੇ ਆਪਣੀ ਹਾਜ਼ਰੀ ਲਵਾਈਏ। ਜਿਸ ਤਰ੍ਹਾਂ ਦੀ ਵੀ ਕੋਈ ਸੇਵਾ ਕਰ ਸਕਦਾ ਹੈ, ਵੱਧ ਚੜ੍ਹ ਕੇ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਇਹਨਾਂ ਕੁਝ ਕਹਿੰਦੇ ਹੋਏ ਖਿਮਾ ਦੇ ਜਾਚਕਾਂ। ਗੁਰੂ ਕੀ ਮਹਿਮਾ ਅਕਥ ਹੈ, ਕਥਨ ਕਰਦਿਆਂ ਬੇਅੰਤ ਭੁੱਲਾਂ ਹੋ ਜਾਣੀਆਂ ਸੁਭਾਵ ਹਨ। ਗੁਰੂ ਕੀ ਸੰਗਤ ਸਤਿਗੁਰੂ ਦੀ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਅਰਦਾਸ ਕਰਨੀ ਅੱਗੇ ਤੋਂ ਸਤਿਗੁਰੂ ਜੀ ਸੁੱਧ ਵਿਚਾਰ ਕਰਨ ਦੀ ਬਾਤ ਬੁੱਧੀ ਸਮਰੱਥਾ ਬਖਸ਼ਿਸ਼ ਕਰ। ਇਹਨਾਂ ਕੁਝ ਕਹਿੰਦੇ ਹੋਏ ਇੱਥੇ ਸਮਾਪਤੀ ਹੈ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰਕੇ ਫਤਿਹ ਬੁਲਾਈਏ ਜੀ। ਗੁਰ ਸਿੱਖਾਂ ਇੱਕੋ